हाँ जी, सत श्री अकाल प्यारे विद्यार्थियों। प्यारे बच्चों, अज असी साडी लेख रचना भाग विचों लेख करांगे प्रदूषण की समस्या। सो बेटा, जिमें कि असी पहला लेख रचना दे विच पढ़ चुके हैं कि जदों भी असी कोई लेख रचना करनी है तो सब तो पहला भूमिका या जान पहचान वाला हैडिंग जरूर बनाना है। सो बेटा, जिथे असी समस्यावां की गल करते हैं, भारत दे विच वाधी आबादी भी समस्या है तो वाधी आबादी दे नाल जिहड़ी एक मुख ਜਾਂ प्रमुख समस्या पैदा हुई है वो है प्रदूषण। सो बेटा, प्रदूषण ਨੂੰ ਅਸੀਂ ਇੱਕ ਸੰਦਰਭ ਦੇ ਵਿੱਚ ਨਾ ਲੈਂਦੇ ਹੋਏ प्रदूषण ਦੀਆਂ ਵੱਖ-ਵੱਖ ਜਿਹੜੀਆਂ ਕਿਸਮਾਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ। ਕਿ ਪਹਿਲਾ ਅਸੀਂ ਜੇ ਮੰਨਦੇ ਹਾਂ ਤਾਂ ਉਹ ਹੈਗਾ ਪਾਣੀ ਪ੍ਰਦੂਸ਼ਣ। ਸਾਡੇ ਘਰਾਂ ਦਾ ਗੰਦਾ ਮੁੰਦਾ ਰਹਿੰਦ ਖੂੰਹਦ ਦਾ ਪਾਣੀ ਹੈ ਬੇਟਾ, ਜਿਹੜਾ ਪੀਣ ਯੋਗ ਪਾਣੀ ਦੇ ਸੋਰਸ ਨੇ, ਚਾਹੇ ਉਹ ਨਦੀਆਂ ਨੇ, ਚਾਹੇ ਨਾਲੇ ਨੇ, ਚਾਹੇ ਸਮੁੰਦਰ ਆ, ਅਸੀਂ ਉਹਦੇ ਵਿੱਚ ਜਿਹੜਾ ਉਹ ਪਾਣੀ ਰਲ ਗੱਡ ਕਰਨ ਲੱਗ ਪਏ ਹਾਂ। ਗੰਦਾ ਪਾਣੀ ਹੈ ਜਿਹੜਾ ਸਾਡੇ ਘਰਾਂ ਦਾ, ਉਹ ਤੁਸੀਂ ਉੱਪਰ ਪਹਿਲੀ ਫੋਟੋ ਦੇ ਉੱਪਰ ਦੇਖ ਸਕਦੇ ਹੋ ਬੇਟਾ। ਇੱਕ ਜਿਹੜੀ ਨਦੀ ਆ ਉਹਦੇ ਵਿੱਚ ਆ ਸਾਡੇ ਘਰਾਂ ਦਾ ਗੰਦਾ ਪਾਣੀ ਅਸੀਂ ਮਿਕਸ ਕਰ ਰਹੇ ਹਾਂ। ਸੋ ਇਸ ਪਾਣੀ ਨੂੰ ਬੇਟਾ ਬਹੁਤ ਸਾਰੇ ਪਸ਼ੂ ਪੰਛੀ ਮਨੁੱਖ, ਈਵਨ ਕਿ ਇਹ ਜਿਹੜਾ ਗੰਦਾ ਪਾਣੀ ਹੈ ਸਾਡੇ ਖੇਤਾਂ 'ਚ ਸਾਡੀ ਫਸਲਾਂ ਤੱਕ ਪਹੁੰਚ ਕੇ ਸਾਡੇ ਖਾਣ ਪੀਣ ਦੀਆਂ ਹਰ ਇੱਕ ਚੀਜ਼ਾਂ ਨੂੰ ਪ੍ਰਦੂਸ਼ਿਤ ਕਰਦਾ ਹੈ। ਸੋ ਜੇ ਅਸੀਂ ਅਗਲੀ ਗੱਲ ਕਰੀਏ, ਹਵਾ ਪ੍ਰਦੂਸ਼ਣ। ਜਿਹੜਾ ਹਵਾ ਪ੍ਰਦੂਸ਼ਣ ਹੈ ਉਹ ਜਿੰਨੀਆਂ ਅਸੀਂ ਅੱਜ ਕੱਲ੍ਹ ਮੋਟਰ ਵਹੀਕਲ, ਫੈਕਟਰੀਆਂ, ਬਹੁਤ ਸਾਰੇ ਹੋਰ ਚੀਜ਼ਾਂ, ਜਿਵੇਂ ਅਸੀਂ ਕੋਈ ਕੂੜੇ ਕਰਕਟ ਨੂੰ ਜਲਾ ਦਿੰਦੇ ਹਾਂ ਬੇਟਾ, ਇਹਦੇ ਨਾਲ ਜੋ ਗੰਦਾ ਧੂੰਆਂ ਸਾਡੇ ਵਾਤਾਵਰਨ ਵਿੱਚ ਫੈਲ ਰਿਹਾ, ਸੋ ਇਹਦੇ ਨਾਲ ਸਾਡੀ ਹਵਾ ਦੂਸ਼ਿਤ ਹੋ ਰਹੀ ਆ। ਮਨੁੱਖ ਦੇ ਵਧਣ ਨਾਲ ਬੇਟਾ ਰੁੱਖਾਂ ਦੀ ਕਟਾਈ ਹੋ ਰਹੀ ਆ ਅਤੇ ਇਸ ਤਰ੍ਹਾਂ ਜਿਹੜੀਆਂ ਗੱਡੀਆਂ, ਬੱਸਾਂ, ਮੋਟਰਸਾਈਕਲ, ਕਾਰਾਂ, ਮੋਟਰਸਾਈਕਲਾਂ ਦੀ ਜਿਹੜੀ ਅਸੀਂ ਵਰਤੋਂ ਕਰਨ ਲੱਗ ਗਏ, ਧੂੰਆਂ ਜ਼ਿਆਦਾ ਮਾਤਰਾ 'ਚ ਵੱਧ ਗਿਆ। ਸੋ ਉਹਦੇ ਨਾਲ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਸੋ ਬੇਟਾ, ਹਵਾ ਪ੍ਰਦੂਸ਼ਣ ਵੀ ਪ੍ਰਦੂਸ਼ਣ ਦੀ ਇੱਕ ਅਗਲੀ ਕਿਸਮ ਹੈ। ਜੇ ਅਸੀਂ ਗੱਲ ਕਰੀਏ ਭੂਮੀ ਪ੍ਰਦੂਸ਼ਣ, ਸੋ ਬੇਟਾ ਜੋ ਵੀ ਅਸੀਂ ਚੀਜ਼ਾਂ ਅੱਜ ਕੱਲ੍ਹ ਖਾ ਰਹੇ ਹਾਂ, ਖਾ ਕੇ ਉਹਦਾ ਨਿੱਕ ਸੁੱਟ, ਜੋ ਵੀ ਸਾਡੇ ਕੋਲ ਗੰਦਗੀ ਆ, ਅਸੀਂ ਉਹਨੂੰ, ਤੁਸੀਂ ਦੇਖਿਆ ਹੋਊਗਾ ਥਾਂ ਥਾਂ 'ਤੇ ਬਹੁਤ ਜਗ੍ਹਾ ਦੇ ਉੱਪਰ ਢੇਰ ਲੱਗੇ ਹੁੰਦੇ ਨੇ ਗੰਦਗੀ ਦੇ। ਜਦੋਂ ਬੇਟਾ ਅਸੀਂ ਉਹਨਾਂ ਨੂੰ ਲਿਫਾਫੇ, ਪੋਲੀਥੀਨ ਦੇ ਰੂਪ ਦੇ ਵਿੱਚ ਕੋਈ ਚੀਜ਼ ਖਾਧੀ ਬਾਹਰ ਸੁੱਟਤੀ, ਕੋਈ ਚੀਜ਼ ਖਾਧੀ ਬਾਹਰ ਸੁੱਟਤੀ, ਕੂੜਾ ਕਰਕਟ ਚੁੱਕਿਆ ਲਿਫਾਫੇ 'ਚ ਪਾ ਕੇ ਬਾਹਰ ਸੁੱਟਤਾ, ਉਹਨੂੰ ਬੇਟਾ ਖਾ ਕੇ ਬਹੁਤ ਸਾਰੇ ਪਸ਼ੂ, ਗਊਆਂ, ਅਵਾਰਾ ਜਿਹੜੇ ਢੱਠੇ ਗਊਆਂ ਫਿਰਦੇ ਨੇ, ਉਹਨਾਂ ਨੂੰ ਖਾ ਕੇ ਬੇਟਾ ਉਹਨਾਂ ਦੀ ਵੀ ਮੌਤ ਹੋ ਜਾਂਦੀ ਆ। ਅਤੇ ਜਿਹੜੇ ਬੇਟਾ ਲਿਫਾਫੇ ਨੇ, ਪੋਲੀਥੀਨ ਨੇ, ਇਹ ਗਲਦੇ ਨਹੀਂ। ਇਹ ਜਿੱਥੇ ਧਰਤੀ ਦੇ ਉੱਪਰ ਅਸੀਂ ਸੁੱਟਦੇ ਹਾਂ ਉੱਥੇ ਜਦੋਂ ਨੀਚੇ ਚਲੇ ਜਾਂਦੇ ਨੇ ਧਰਤੀ ਦੇ, ਅਸੀਂ ਇਹਨਾਂ 'ਤੇ ਰੇਤਾ ਸੁੱਟ ਦਿੰਦੇ ਹਾਂ ਤਾਂ ਬੇਟਾ ਇਹ ਧਰਤੀ ਦੀ ਜਿਹੜੀ ਉਪਜਾਊ ਸ਼ਕਤੀ ਆ ਉਹਨੂੰ ਘਟਾ ਦਿੰਦੇ ਨੇ ਅਤੇ ਹਜ਼ਾਰਾਂ ਸਾਲ ਇਹ ਧਰਤੀ ਦੇ ਉੱਪਰ ਜਿਹੜਾ ਇੱਕ ਪ੍ਰਦੂਸ਼ਣ ਪੈਦਾ ਕਰਦੇ ਨੇ। ਸੋ ਇਹਦੇ ਨਾਲ ਬੇਟਾ ਵਾਤਾਵਰਨ ਦੇ ਵਿੱਚ ਗਲਣ ਸੜਨ ਨਾਲ ਬਹੁਤ ਵੱਡੀ ਜਿਹੜੀ ਬਦਬੂ ਆ ਪੈਦਾ ਹੁੰਦੀ ਆ ਅਤੇ ਲੋਕ ਉੱਥੋਂ ਨੱਕ ਲੈ ਕੇ ਨਹੀਂ ਲੰਘ ਸਕਦੇ। ਸੋ ਇਹ ਵੀ ਇੱਕ ਪ੍ਰਦੂਸ਼ਣ ਦੀ ਟਾਈਪਸ ਆ। ਸੋ ਜੇ ਅਸੀਂ ਗੱਲ ਕਰਦੇ ਹਾਂ ਧੁਨੀ ਦੀ, ਟੀ ਟੀ ਪੈ ਪੈ, ਲੋਕਾਂ ਦੀਆਂ ਗੱਡੀਆਂ, ਸਾਊਂਡ, ਡੀਜੇ, ਮਿਊਜ਼ਿਕ, ਫੈਕਟਰੀਆਂ ਦੇ ਵਿੱਚ ਹੋਣ ਵਾਲਾ ਖੜਕਾ, ਲੋਕਾਂ ਦੀ ਆਪਣੀ ਆਵਾਜ਼, ਹਰ ਇੱਕ ਤਰ੍ਹਾਂ ਦਾ ਜਿਹੜਾ ਬੇਟਾ ਸ਼ੋਰ ਆ ਉਹ ਸ਼ੋਰ ਪ੍ਰਦੂਸ਼ਣ ਪੈਦਾ ਕਰਦਾ। ਜੇ ਅਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਤਾਂ ਸ਼ੋਰ ਪ੍ਰਦੂਸ਼ਣ ਵੀ ਜਿਹੜਾ ਇਸੇ ਸੰਦਰਭ ਦੇ ਵਿੱਚ ਅਸੀਂ ਲਵਾਂਗੇ ਕਿ ਇਹ ਵੀ ਇੱਕ ਪ੍ਰਦੂਸ਼ਣ ਦੀ ਅਗਲੀ ਕਿਸਮ ਹੈ, ਟਾਈਪਸ ਹੈ। ਸੋ ਬੇਟਾ, ਜਦੋਂ ਵੀ ਅਸੀਂ ਪ੍ਰਦੂਸ਼ਣ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਮੋਟੀ ਜੀ ਇੱਕ ਗੱਲ ਆਉਂਦੀ ਹੈ ਕਿ ਜੀ ਹਵਾ ਵਾਲਾ ਪ੍ਰਦੂਸ਼ਣ ਹੀ ਪ੍ਰਦੂਸ਼ਣ ਹੁੰਦਾ। ਸੋ ਬੇਟਾ, ਜਦੋਂ ਤੁਸੀਂ ਪ੍ਰਦੂਸ਼ਣ ਵਿਸ਼ੇ ਨੂੰ ਲੈ ਕੇ ਲੇਖ ਲਿਖਣਾ ਤਾਂ ਉਹਦੇ ਵਿੱਚ ਇਹ ਚਾਰੇ ਕਿਸਮਾਂ ਨੂੰ ਵੀ ਜੇਕਰ ਤੁਸੀਂ ਲਿਖ ਦਿੰਦੇ ਹੋ ਤਾਂ ਜਿਹੜਾ ਤੁਹਾਨੂੰ ਉਹਦੇ ਜਿਹੜੇ ਮਾਰਕਸ ਨੇ ਉਹ ਵਧੀਆ ਮਿਲਣਗੇ। ਜੇਕਰ ਤੁਹਾਨੂੰ ਸਿਰਫ ਇੱਕ ਵਿਸ਼ੇ ਨਾਲ ਸੰਬੰਧਿਤ ਲੇਖ ਰਚਨਾ ਆਉਂਦੀ ਹੈ ਤਾਂ ਤੁਸੀਂ ਉਹਦੇ ਸੰਦਰਭ ਦੇ ਵਿੱਚ ਆਪਣੇ ਵਿਚਾਰ ਦੇਣੇ ਨੇ। ਮੰਨ ਲਓ ਕਿ ਤੁਹਾਨੂੰ ਪਾਣੀ ਪ੍ਰਦੂਸ਼ਣ ਦੇ ਉੱਪਰ ਲੇਖ ਰਚਨਾ ਆ ਗਈ ਤਾਂ ਸਿਰਫ ਤੁਸੀਂ ਪਾਣੀ ਪ੍ਰਦੂਸ਼ਣ ਦੇ ਬਾਰੇ ਹੀ ਜਾਣਕਾਰੀ ਦੇਣੀ ਆ, ਉਹਦੇ ਨੁਕਸਾਨ ਦੱਸਣੇ ਨੇ ਅਤੇ ਸੁਝਾਅ ਦੇਣੇ ਨੇ। ਇਸ ਤਰ੍ਹਾਂ ਬੇਟਾ ਤੁਸੀਂ ਇੱਕ ਟਾਈਪ ਦੇ ਜਿਹੜਾ ਪ੍ਰਦੂਸ਼ਣ ਆ ਉਹਨੂੰ ਐਕਸਪਲੇਨ ਕਰ ਸਕਦੇ ਹੋ। ਜੇ ਅਗਲਾ ਹਵਾ ਪ੍ਰਦੂਸ਼ਣ ਦਾ ਆ ਜਾਂਦਾ ਬੇਟਾ ਤਾਂ ਤੁਸੀਂ ਦੱਸਣਾ ਕਿ ਹਵਾ ਪ੍ਰਦੂਸ਼ਿਤ ਕਿਸ ਤਰ੍ਹਾਂ ਹੋ ਰਹੀ ਆ, ਇਹਦੇ ਕੀ ਕਾਰਨ ਨੇ, ਇਹਦੇ ਕੀ ਬੁਰੇ ਪ੍ਰਭਾਵ ਪੈ ਰਹੇ ਨੇ, ਇਹਨਾਂ ਨੂੰ ਕਿਵੇਂ ਘਟਾਇਆ ਜਾ ਸਕਦਾ, ਤਾਂ ਬੇਟਾ ਉਹ ਇੱਕ ਟਾਈਪ ਦਾ ਪ੍ਰਦੂਸ਼ਣ ਹੋ ਜਾਏਗਾ। ਜੇ ਅੱਗੇ ਤੁਹਾਨੂੰ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਕਿ ਧਰਤੀ ਪ੍ਰਦੂਸ਼ਣ ਬਾਰੇ ਆਪਣੇ ਵਿਚਾਰ ਪੇਸ਼ ਕਰੋ ਤਾਂ ਧਰਤੀ ਕਿੱਦਾਂ ਪ੍ਰਦੂਸ਼ਿਤ ਹੋ ਰਹੀ ਆ, ਉਹਦੇ ਕੀ ਕਾਰਨ ਹਨ, ਉਸ ਦੇ ਕੀ ਬੁਰੇ ਪ੍ਰਭਾਵ ਪੈ ਰਹੇ ਹਨ ਅਤੇ ਉਹਨਾਂ ਲਈ ਕੀ ਸੁਝਾਅ ਤੁਸੀਂ ਦੇ ਸਕਦੇ ਹੋ। ਸੋ ਬੇਟਾ, ਇਸ ਸੰਦਰਭ ਦੇ ਵਿੱਚ ਤੁਸੀਂ ਪ੍ਰਦੂਸ਼ਣ ਦੀ ਇਸ ਕਿਸਮ ਨੂੰ ਵੀ ਡਿਫਾਈਨ ਕਰ ਸਕਦੇ ਹੋ। ਜੇ ਅਗਲਾ ਤੁਹਾਨੂੰ ਆਉਂਦਾ ਹੈ ਕਿ ਧੁਨੀ ਪ੍ਰਦੂਸ਼ਣ ਬਾਰੇ ਤਾਂ ਫਿਰ ਬੇਟਾ ਤੁਸੀਂ ਧੁਨੀ ਪ੍ਰਦੂਸ਼ਣ ਬਾਰੇ ਜੋ ਵੀ ਸ਼ੋਰ ਪ੍ਰਦੂਸ਼ਣ ਹੋ ਰਿਹਾ ਕਿਸ ਕਿਸਮ ਦਾ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦੇ ਕੇ ਉਹਦੇ ਕੀ ਬੈਡ ਇਫੈਕਟ ਪੈ ਰਹੇ ਨੇ, ਉਹ ਪ੍ਰਦੂਸ਼ਣ ਕਿਉਂ ਪੈਦਾ ਹੋ ਰਿਹਾ, ਉਸ ਨੂੰ ਕਿਵੇਂ ਘਟਾਇਆ ਜਾ ਸਕਦਾ, ਇਹਦੇ ਲਈ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਸੋ ਬੇਟਾ, ਇਹੀ ਲੇਖ ਨੂੰ ਅਸੀਂ ਬਹੁਤ ਵੱਡੇ ਲੈਵਲ 'ਤੇ ਇਹਦੇ ਵਿੱਚੋਂ ਜਿਹੜੇ ਅੱਗੇ ਹੋਰ ਲੇਖ ਜਨਮ ਲੈਂਦੇ ਨੇ। ਸੋ ਤੁਹਾਡੀ ਪਾਠ ਪੁਸਤਕ ਦੇ ਵਿੱਚ ਹੈ ਪ੍ਰਦੂਸ਼ਣ। ਪ੍ਰਦੂਸ਼ਣ ਦੇ ਤਹਿਤ ਬੇਟਾ ਅਸੀਂ ਜਿਹੜਾ ਲੇਖ ਆ ਉਹ ਕਿਵੇਂ ਲਿਖ ਸਕਦੇ ਹਾਂ, ਆਓ ਪੜ੍ਹਦੇ ਹਾਂ।
कि सब तो पहला तुसी जान पहचान ਜਾਂ ਭੂਮਿਕਾ ਦੇ ਰੂਪ ਵਿੱਚ ਇੱਕ ਪੈਰਾ ਬਣਾਉਣਾ ਤੇ ਉਹਦੇ ਅੰਡਰ ਤੁਸੀਂ ਲਿਖਣਾ ਲੇਖ ਪ੍ਰਦੂਸ਼ਣ ਦੀ ਸਮੱਸਿਆ। ਆਓ ਪੜ੍ਹਦੇ ਹਾਂ। ਪ੍ਰਦੂਸ਼ਣ ਤੋਂ ਭਾਵ ਹੈ ਸਾਡਾ ਕੁਦਰਤੀ ਵਾਤਾਵਰਨ ਸਾਡੇ ਰਹਿਣ ਯੋਗ ਨਾ ਹੋਣਾ। ਜਿੱਥੇ ਅਸੀਂ ਕੁਦਰਤੀ ਜੀਵਨ ਜੀ ਰਹੇ ਹਾਂ ਬੇਟਾ, ਉਹ ਸਾਡੇ ਮੁਤਾਬਕ ਸਾਡੇ ਲਈ ਸਹੀ ਨਾ ਹੋਣਾ, ਅਸੀਂ ਉਹਦੇ ਵਿੱਚ ਸਹੀ ਐਡਜਸਟ ਨਾ ਕਰ ਸਕਦੇ ਹੋਈਏ, ਇਸ ਚੀਜ਼ ਨੂੰ ਪ੍ਰਦੂਸ਼ਣ ਕਿਹਾ ਜਾਂਦਾ। ਉਹ ਬੇਟਾ ਚਾਰੇ ਕਿਸਮਾਂ 'ਚੋਂ ਕਿਸੇ ਵੀ ਇੱਕ ਤਰ੍ਹਾਂ ਦਾ ਹੋ ਸਕਦਾ। ਤੁਹਾਨੂੰ ਰਹਿਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਦਿੱਕਤ ਕਰਦੀ ਹੈ ਬੇਟਾ ਕੋਈ ਚੀਜ਼, ਇਹਨਾਂ ਚਾਰੇ ਚੀਜ਼ਾਂ 'ਚੋਂ ਜ਼ਰੂਰ ਕੋਈ ਇੱਕ ਹੋਊਗੀ। ਮਨੁੱਖ ਦੀ ਆਧੁਨਿਕ ਦੁਨੀਆ ਦੀ ਚਾਹਤ ਅਤੇ ਲਾਪਰਵਾਹੀ ਕਾਰਨ ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਨੁੱਖ ਆਧੁਨਿਕ ਸਮੇਂ ਨਾਲ ਆਪਣਾ ਜੀਵਨ ਜੀਣਾ ਲੱਗ ਪਿਆ ਤੇ ਬਟ ਉਹ ਪ੍ਰਦੂਸ਼ਣ ਨੂੰ ਫੈਲਾਉਣ ਦੇ ਵਿੱਚ ਮਨੁੱਖ ਦਾ ਬਹੁਤ ਵੱਡਾ ਜਿਹੜਾ ਰੋਲ ਹੈ, ਲਾਪਰਵਾਹੀ ਬਹੁਤ ਵੱਡਾ ਰੋਲ ਹੈ। ਅੱਗੇ ਹੈ ਪ੍ਰਦੂਸ਼ਣ ਕਾਰਨ ਸਾਡੇ ਆਲੇ ਦੁਆਲੇ ਅਨੇਕਾਂ ਨਵੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। 4 ਪ੍ਰਕਾਰ ਦਾ ਪ੍ਰਦੂਸ਼ਣ ਧਰਤੀ 'ਤੇ ਰਹਿਣ ਵਾਲੇ ਜੀਵਾਂ ਲਈ ਖਤਰਨਾਕ ਹੈ। ਸੋ ਬੇਟਾ ਇੱਥੇ ਜਿਹੜੀ ਭੂਮਿਕਾ ਬੰਨ੍ਹ ਦਿੱਤੀ ਕਿ ਪ੍ਰਦੂਸ਼ਣ ਕੀ ਹੈ, ਕਿੰਨੀਆਂ ਉਹਦੀਆਂ ਕਿਸਮਾਂ ਨੇ, ਪ੍ਰਦੂਸ਼ਣ ਕਿਉਂ ਹੈ, ਕਿਸ ਕਰਕੇ ਹੈ। ਸੋ ਆਓ ਆਪਾਂ ਪੜ੍ਹਦੇ ਹਾਂ। ਪਹਿਲਾ ਪ੍ਰਦੂਸ਼ਣ ਪਾਣੀ ਪ੍ਰਦੂਸ਼ਣ। ਪਾਣੀ ਜੀਵਨ ਦਾ ਆਧਾਰ ਹੈ, ਪਰ ਅਜੋਕੇ ਮਨੁੱਖ ਵੱਲੋਂ ਕਾਰਖਾਨਿਆਂ, ਸੀਵਰੇਜ, ਦਰਿਆਵਾਂ, ਨਾਲਿਆਂ ਵਿੱਚ ਸੁੱਟ ਕੇ ਪੀਣਯੋਗ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਗਿਆ ਹੈ। ਹੁਣ ਜਿਹੜੇ ਮਨੁੱਖ ਨੇ ਬੇਟਾ ਉਹਨਾਂ ਨੇ ਨਾ ਕਾਰਖਾਨਿਆਂ, ਸੀਵਰੇਜਾਂ, ਦਰਿਆਵਾਂ ਦਾ ਪਾਣੀ ਇਹਨਾਂ ਨਾਲਿਆਂ ਵਿੱਚ ਸੁੱਟ ਕੇ ਇਸ ਪੀਣਯੋਗ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ। ਇਸ ਚੀਜ਼ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਪਾਣੀ ਪ੍ਰਦੂਸ਼ਣ ਹੈ। ਪੋਲੀਥੀਨ ਦੀ ਵਰਤੋਂ ਨੇ ਵੀ ਪਾਣੀ ਪ੍ਰਦੂਸ਼ਣ ਕਾਰਨ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਲਈ ਖਤਰਾ ਪੈਦਾ ਕਰ ਦਿੱਤਾ। ਜਿਹੜੇ ਬਹੁਤ ਸਾਰੇ ਪੋਲੀਥੀਨ ਇਹਦੇ ਵਿੱਚ ਸੁੱਟਦੇ ਆ ਬੇਟਾ, ਉਹ ਅੰਦਰ ਰਹਿੰਦੇ ਜੀਵ, ਡੱਡੂ, ਮੱਛੀਆਂ ਉਹਨੂੰ ਜਦੋਂ ਬੇਟਾ ਖਾਂਦੀਆਂ ਨੇ, ਫਿਰ ਉਹਨਾਂ ਦਾ ਜਿਹੜਾ ਜੀਵਨ ਆ ਉਹ ਪ੍ਰਭਾਵਿਤ ਹੋ ਰਿਹਾ ਹੈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਅਗਲੇ ਪ੍ਰਦੂਸ਼ਣ ਦੀ ਟਾਈਪਸ ਦੀ, ਉਹ ਹੈ ਹਵਾ ਪ੍ਰਦੂਸ਼ਣ। ਇਹ ਦੇਖੋ ਮਾਸਕ ਪਾ ਕੇ ਜਿਵੇਂ ਅਸੀਂ ਨਿਕਲ ਰਹੇ ਨੇ ਜਾਂ ਮੂੰਹ ਢੱਕ ਕੇ ਲੋਕ ਨਿਕਲ ਰਹੇ ਨੇ। ਜਦੋਂ ਬੇਟਾ ਦਿੱਲੀ ਦੇ ਵਿੱਚ ਇਹ ਜਿਹੜਾ ਪ੍ਰਦੂਸ਼ਣ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਾਹਮਣੇ ਆਉਂਦਾ ਜਦੋਂ ਦੀਵਾਲੀ ਦੇ ਦਿਨ ਹੁੰਦੇ ਨੇ ਜਾਂ ਦੀਵਾਲੀ ਤੋਂ ਬਾਅਦ ਦੇ ਸਮੇਂ ਦੀ ਗੱਲ ਆ। ਦੁਸਹਿਰੇ ਤੋਂ ਹੀ ਬੇਟਾ ਇਹ ਪ੍ਰਦੂਸ਼ਣ ਦੀ ਜਿਹੜੀ ਮਾਰ ਹੈ ਇੱਥੇ ਰਹਿਣ ਵਾਲੇ ਲੋਕਾਂ ਨੂੰ ਆਮ ਪ੍ਰਭਾਵਿਤ ਕਰਦੀ ਆ। ਆਮ ਦਿਨਾਂ ਦੇ ਵਿੱਚ ਵੀ ਬੇਟਾ ਜਿਹੜੇ ਵੱਡੇ ਮਹਾਨਗਰ ਨੇ ਉੱਥੇ ਪ੍ਰਦੂਸ਼ਣ ਬਹੁਤ ਜ਼ਿਆਦਾ ਰੂਪ ਦੇ ਵਿੱਚ ਹੁੰਦਾ। ਵੱਡੇ ਮਹਾਨਗਰਾਂ ਵਿੱਚ ਬੇਟਾ ਇਹ ਚਾਰੇ ਪ੍ਰਦੂਸ਼ਣ ਦੀਆਂ ਕਿਸਮਾਂ ਆਮ ਵੇਖਣ ਨੂੰ ਮਿਲਦੀਆਂ ਨੇ। ਪਿੰਡਾਂ ਦੇ ਵਿੱਚ ਇਹਨਾਂ ਦੀਆਂ ਕੁਝ ਮਾਤਰਾਵਾਂ ਦੇ ਵਿੱਚ ਸਾਨੂੰ ਇਹ ਪ੍ਰਦੂਸ਼ਣ ਜਿਹੜਾ ਮਹਿਸੂਸ ਹੁੰਦਾ। ਕਿਸੇ ਦੇ ਘਰੇ ਪਿੰਡ 'ਚ ਵਿਆਹ ਹੋਵੇ ਤੁਹਾਨੂੰ ਉਦੋਂ ਹੀ ਪਤਾ ਲੱਗ ਜੂਗਾ ਕਿ ਸ਼ੋਰ ਪ੍ਰਦੂਸ਼ਣ ਕੀ ਹੁੰਦਾ। ਸੋ ਬੇਟਾ ਜਿਹੜੀਆਂ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਰੂੜੀਆਂ ਨੇ ਉਹਨਾਂ ਤੋਂ ਤੁਹਾਨੂੰ ਐਗਜ਼ਾਮਪਲ ਮਿਲ ਸਕਦੀ ਆ ਕਿ ਧਰਤੀ ਪ੍ਰਦੂਸ਼ਣ ਕੀ ਹੁੰਦਾ। ਪਾਣੀ ਪ੍ਰਦੂਸ਼ਣ ਬੇਟਾ ਜਦੋਂ ਮੀਂਹ ਆਉਂਦਾ ਤੁਹਾਡੇ ਪਿੰਡ ਦੇ ਨਾਲਿਆਂ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਗਲੀਆਂ ਨਾਲੀਆਂ ਵਿੱਚ ਖੜ੍ਹ ਜਾਂਦਾ ਅਤੇ ਤੁਹਾਨੂੰ ਉੱਥੋਂ ਐਗਜ਼ਾਮਪਲ ਮਿਲ ਸਕਦੀ ਹੈ ਪਿੰਡਾਂ 'ਚ ਕਿ ਪਾਣੀ ਪ੍ਰਦੂਸ਼ਣ ਕੀ ਹੁੰਦਾ। ਬਟ ਜਿਹੜੇ ਬੇਟਾ ਵੱਡੇ ਵੱਡੇ ਮਹਾਨਗਰ ਨੇ, ਸ਼ਹਿਰ ਨੇ, ਉੱਥੇ ਇਹ ਸਮੱਸਿਆਵਾਂ ਆਏ ਦਿਨ ਇਸੇ ਪ੍ਰਕਾਰ ਆਉਂਦੀਆਂ ਰਹਿੰਦੀਆਂ ਨੇ। ਹਵਾ ਪ੍ਰਦੂਸ਼ਣ ਜਦੋਂ ਪਿੰਡਾਂ ਦੇ ਲਾਗੇ ਬੇਟਾ ਜਿਹੜੇ ਸਾਡੇ ਖੇਤ ਹੁੰਦੇ ਨੇ ਅਸੀਂ ਉਹਨਾਂ ਵਿੱਚ ਨਾੜ ਨੂੰ ਅੱਗ ਲਾਉਂਦੇ ਹਾਂ, ਉਦੋਂ ਤੁਹਾਨੂੰ ਐਗਜ਼ਾਮਪਲ ਮਿਲਦੀ ਆ ਕਿ ਜਿਹੜਾ ਹਵਾ ਪ੍ਰਦੂਸ਼ਣ ਕੀ ਹੁੰਦਾ। ਜਦੋਂ ਸਾਡੇ ਘਰਾਂ ਦੇ ਵਿੱਚ ਖੇਤਾਂ ਵਾਲਾ ਗੰਦਾ ਧੂੰਆਂ ਆ ਕੇ ਕਮਰੇ 'ਚ ਭਰ ਜਾਂਦਾ, ਫਿਰ ਸਾਨੂੰ ਐਗਜ਼ਾਮਪਲ ਪਤਾ ਲੱਗਦੀ ਹੈ ਕਿ ਇਸ ਚੀਜ਼ ਨੂੰ ਕਹਿੰਦੇ ਨੇ ਕਿ ਇਹ ਹੁੰਦਾ ਹਵਾ ਪ੍ਰਦੂਸ਼ਣ। ਸੋ ਆਓ ਬੇਟਾ ਅਗਲੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ। ਹਵਾ ਪ੍ਰਦੂਸ਼ਣ। ਜੀਵਾਂ ਦੇ ਸਾਹ ਲੈਣ ਲਈ ਸ਼ੁੱਧ ਹਵਾ ਸਭ ਤੋਂ ਜ਼ਰੂਰੀ ਹੈ, ਪਰ ਕੋਲੇ, ਭਾਫ, ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਇੰਜਣਾਂ ਨੇ ਪ੍ਰਦੂਸ਼ਣ ਵਿੱਚ ਅਸੀਮ ਵਾਧਾ ਕੀਤਾ ਹੈ। ਬਟ ਕਹਿੰਦੇ ਵੀ ਸ਼ੁੱਧ ਹਵਾ ਸਾਹ ਲੈਣ ਲਈ ਜਿਹੜੀ ਹੁੰਦੀ ਆ ਉਹਦੇ ਵਿੱਚ ਬੇਟਾ ਕੋਲੇ ਜਿਹੜੀਆਂ ਫੈਕਟਰੀਆਂ ਨੇ, ਭਾਫ ਜਿਹੜੀ ਉਹਨਾਂ ਦੇ ਵਿੱਚੋਂ ਨਿਕਲਣ ਵਾਲੀ ਸਟੀਮ ਆ, ਡੀਜ਼ਲ ਜੋ ਗੱਡੀਆਂ ਦੇ ਵਿੱਚ ਅਸੀਂ ਡੀਜ਼ਲ ਫੂਕਦੇ ਹਾਂ, ਪੈਟਰੋਲ ਜਿਹੜੇ ਇਹਨਾਂ 'ਤੇ ਚੱਲਣ ਵਾਲੇ ਸਾਰੇ ਇੰਜਣ ਨੇ ਜਦੋਂ ਬੇਟਾ ਉਹ ਚੱਲਦੇ ਨੇ, ਗੱਡੀਆਂ, ਮੋਟਰਸਾਈਕਲ, ਕਾਰਾਂ, ਫੈਕਟਰੀਆਂ, ਉਹਨਾਂ ਵਿੱਚੋਂ ਜਿਹੜਾ ਗੰਦਾ ਧੂੰਆਂ ਨਿਕਲਦਾ ਬੇਟਾ ਜਦੋਂ ਹਵਾ ਦੇ ਵਿੱਚ ਜਾ ਕੇ ਉਹ ਰਲ ਜਾਂਦਾ, ਇਹਦੇ ਨਾਲ ਕੀ ਹੁੰਦਾ, ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ। ਇਹਨੂੰ ਅਸੀਂ ਬੋਲਦੇ ਹਾਂ ਹਵਾ ਪ੍ਰਦੂਸ਼ਣ। ਇਹਦੇ ਵਿੱਚ ਬੇਟਾ ਤੁਸੀਂ ਇਹ ਸਾਰੀਆਂ ਗੱਲਾਂ ਆਪਣੇ ਸ਼ਬਦਾਂ ਵਿੱਚ ਵੀ ਐਡ ਕਰ ਸਕਦੇ ਹੋ, ਬਟ ਇਹ ਇੱਕ ਲੇਖ ਦੇ ਰੂਪ ਵਿੱਚ ਵੀ ਇਹਨੂੰ ਇੱਕ ਪੇਜ 'ਤੇ ਬੱਚਾ ਲਿਖ ਲੇ ਤਾਂ ਕਰਕੇ ਇਹਦੇ ਵਿੱਚ ਬਹੁਤ ਸੀਮਿਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਅੱਗੇ ਹੈਗਾ ਭੂਮੀ ਪ੍ਰਦੂਸ਼ਣ। ਇਹਦੇ ਵਿੱਚ ਔਂਕੜ ਲੱਗੀ ਆ, ਤੁਸੀਂ ਦਲੈਂਕੜ ਨਾਲ ਪਾ ਸਕਦੇ ਹੋ। ਖੇਤੀ ਦੀ ਉਪਜ ਨੂੰ ਵਧਾਉਣ ਲਈ ਲੋੜੋਂ ਵੱਧ ਰਸਾਇਣਿਕ ਖਾਦਾਂ ਦੀ ਵਰਤੋਂ ਹੋ ਰਹੀ ਹੈ। ਇਸ ਨਾਲ ਧਰਤੀ ਤੋਂ ਪੈਦਾ ਅੰਨ ਅਤੇ ਸਬਜ਼ੀਆਂ ਆਦਿ ਰਾਹੀਂ ਖਾਦਾਂ ਦਾ ਜ਼ਹਿਰ ਮਨੁੱਖ ਦੇ ਅੰਦਰ ਜਾ ਰਿਹਾ ਹੈ।
ਕਾਰਖਾਨਿਆਂ ਅਤੇ ਘਰਾਂ ਦਾ ਕੂੜਾ ਕਰਕਟ ਵੀ ਭੂਮੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਹੁਣ ਬੇਟਾ ਜੇ ਅਸੀਂ ਗੱਲ ਕਰੀਏ ਨਾ ਵੀ ਖੇਤਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਇਹਦੇ ਵਿੱਚ ਯੂਰੀਆ, ਡਾਇਆ, ਬਹੁਤ ਸਾਰੀਆਂ ਅਸੀਂ ਜਿਹੜੀਆਂ ਰੇਹਾਂ ਸਪਰੇਹਾਂ ਆਪਣੀ ਫਸਲ ਦੇ ਉੱਪਰ ਕਰਦੇ ਹਾਂ ਬੇਟਾ, ਇਹਦੇ ਨਾਲ ਜੇ ਸਾਰੀਆਂ ਰੇਹਾਂ ਕਿੱਥੇ ਜਾ ਰਹੀਆਂ ਨੇ? ਧਰਤੀ 'ਚ ਜਾ ਕੇ ਫਿਰ ਉਹਨੂੰ ਜਿਹੜੀਆਂ ਅਸੀਂ ਅਨਾਜ ਪੈਦਾ ਕਰਨ ਵਾਲੀਆਂ ਫਸਲਾਂ ਨੇ, ਚਾਹੇ ਉਹ ਮੱਕੀ ਆ, ਜੌਂ ਆ, ਜਵਾਰ ਆ, ਬਾਜਰਾ, ਕਣਕ ਹੈ, ਕੋਈ ਵੀ ਫਸਲ ਅਸੀਂ ਉੱਥੋਂ ਧਰਤੀ 'ਚੋਂ ਪੈਦਾ ਕਰ ਰਹੇ ਹਾਂ ਬੇਟਾ, ਉਹ ਸਾਰੀਆਂ ਜੜ੍ਹਾਂ ਰਾਹੀਂ ਚੂਸ ਕੇ ਸਾਡੀਆਂ ਸਬਜ਼ੀਆਂ, ਕੱਦੂ ਆ, ਤੋਰੀਆਂ, ਪੇਠਾ, ਮਿਰਚਾਂ ਨੇ, ਬਤਾਊ ਨੇ, ਬੈਂਗਣਾ, ਹਰ ਇੱਕ ਚੀਜ਼, ਸਲਗਮ ਨੇ, ਮੂਲੀਆਂ ਨੇ, ਗਾਜਰਾਂ ਨੇ, ਪਾਲਕਾ, ਧਨੀਆ, ਮੇਥੀ ਆ, ਕੋਈ ਵੀ ਚੀਜ਼ ਅਸੀਂ ਖਾ ਰਹੇ ਹਾਂ, ਸਾਰੀਆਂ ਬੇਟਾ ਉਹਨਾਂ ਦੇ ਵਿੱਚ ਇਹ ਜੋ ਗੰਦੀਆਂ ਖਾਦਾਂ ਦੀ ਜ਼ਹਿਰ ਆ ਉਹ ਘੁਲ ਜਾਂਦੀ ਆ, ਫਿਰ ਉਹ ਮਨੁੱਖ ਦੇ ਅੰਦਰ ਜਾ ਰਹੀ ਆ। ਤਾਂ ਕਰਕੇ ਜਿਹੜਾ ਅੱਜ ਕੱਲ੍ਹ ਦਾ ਮਨੁੱਖ ਆ ਬੇਟਾ ਬਿਮਾਰ ਪੈ ਰਿਹਾ, ਕੈਂਸਰ ਵਰਗੀਆਂ ਬਿਮਾਰੀਆਂ ਘਰ ਘਰ ਦੇ ਵਿੱਚ ਆ ਗਈਆਂ। ਇਹਦੇ ਕਰਕੇ ਧਰਤੀ ਦੇ ਪ੍ਰਦੂਸ਼ਣ ਕਰਕੇ। ਅੱਗੇ ਬੇਟਾ ਕਹਿੰਦੇ ਕਾਰਖਾਨਿਆਂ ਦਾ ਕੂੜਾ ਕਰਕਟ ਅਤੇ ਘਰਾਂ ਦਾ ਜਿਹੜਾ ਗੰਦਾ ਮੰਦਾ ਅਸੀਂ ਸਮਾਨ, ਆ ਦੇਖੋ ਫੋਟੋ ਦੇ ਵਿੱਚ ਵੇਖ ਸਕਦੇ ਹੋ, ਜਦੋਂ ਖਾ ਪੀ ਕੇ ਉਹਨਾਂ ਨੂੰ ਧਰਤੀ ਦੇ ਉੱਪਰ ਇੱਦਾਂ ਰੂੜੀ ਲਗਾ ਦਿੰਦੇ ਆ ਬੇਟਾ, ਉਹ ਵੀ ਭੂਮੀ ਨੂੰ ਪ੍ਰਦੂਸ਼ਿਤ ਕਰ ਰਿਹਾ। ਜਿੱਥੇ ਉਹ ਲਿਫਾਫੇ ਧਰਤੀ ਦੇ ਨੀਚੇ ਦਬ ਜਾਂਦੇ ਨੇ ਬੇਟਾ, ਉੱਥੋਂ ਹੀ ਧਰਤੀ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਖਤਮ ਹੋ ਜਾਂਦੀ ਹੈ। ਸੋ ਅਗਲਾ ਅਸੀਂ ਪੜ੍ਹਦੇ ਹਾਂ ਬੇਟਾ ਹੈ ਉਹ ਟਾਈਪਸ ਹੈਗੀ ਆ ਧੁਨੀ ਪ੍ਰਦੂਸ਼ਣ। ਆਵਾਜਾਈ ਦੇ ਸਾਧਨ, ਕਾਰਖਾਨੇ, ਜਨਰੇਟਰ, ਲਾਊਡ ਸਪੀਕਰ, ਬੰਬ ਵਿਸਫੋਟ ਲਗਾਤਾਰ ਧੁਨੀ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ, ਜਿਸ ਨਾਲ ਮਨੁੱਖ ਦੀ ਸ਼ਾਂਤੀ ਭੰਗ ਹੋ ਰਹੀ ਹੈ। ਮਨੁੱਖ ਨੇ ਸਵਰਗ ਵਰਗੀ ਧਰਤੀ 'ਤੇ ਜਿਉਂਦੇ ਜੀ ਨਰਕ ਪੈਦਾ ਕਰ ਲਿਆ ਹੈ। ਸੋ ਬੇਟਾ ਤੁਸੀਂ ਇਹਦੇ ਵਿੱਚ ਜਹਾਜ਼ ਦੇਖ ਰਹੇ ਹੋ, ਗੱਡੀਆਂ, ਮੋਟਰਸਾਈਕਲ, ਕਾਰਾਂ ਵੇਖ ਰਹੇ ਹੋ, ਟ੍ਰੇਨਾਂ ਦਾ ਸ਼ੋਰ ਵੇਖ ਰਹੇ ਹੋ, ਡੀਜਿਆਂ ਦਾ ਸ਼ੋਰ ਵੇਖ ਰਹੇ ਹੋ, ਲਾਊਡ ਸਪੀਕਰਾਂ ਦਾ ਸ਼ੋਰ ਵੇਖ ਰਹੇ ਹੋ। ਹਰ ਇੱਕ ਉਹ ਚੀਜ਼ ਬੇਟਾ ਜਿਹੜੀ ਆਵਾਜ਼ ਪੈਦਾ ਕਰਦੀ ਆ, ਉਸ ਨੂੰ ਅਸੀਂ ਕਹਾਂਗੇ ਕਿ ਧੁਨੀ ਪ੍ਰਦੂਸ਼ਣ ਹੈ ਉਹ। ਸੋ ਜਿਹੜੀ ਬੇਟਾ ਧੁਨੀ ਪ੍ਰਦੂਸ਼ਣ ਹੁੰਦਾ, ਜ਼ਿਆਦਾ ਉੱਚੀਆਂ ਆਵਾਜ਼ਾਂ ਹੁੰਦੀਆਂ ਨੇ, ਉਹ ਮਨੁੱਖ ਦੀ ਸ਼ਾਂਤੀ ਨੂੰ ਭੰਗ ਕਰਦੇ ਨੇ। ਸੋ ਬੇਟਾ ਤੁਸੀਂ ਆ ਲੋਕਡਾਊਨ ਦੇ ਦੌਰਾਨ ਦੇਖਿਆ ਹੋਊਗਾ ਕਿੰਨੀ ਸ਼ਾਂਤੀ ਪਸਰੀ ਹੋਈ ਸੀ। ਜਲੰਧਰ ਤੋਂ ਖੜ੍ਹ ਕੇ ਬੇਟਾ ਮਨਾਲੀ ਦੇ ਪਹਾੜ ਦੇਖਣ ਲੱਗ ਪਏ ਸੀ। ਲੋਕਾਂ ਨੇ ਆਵਾਜਾਈ ਬੰਦ ਕਰਨ ਕਰਕੇ ਜਿਹੜਾ ਹਵਾ ਇੰਨੀ ਸ਼ੁੱਧ ਹੋ ਗਈ ਸੀ ਬੇਟਾ, ਜਲੰਧਰ ਤੋਂ ਖੜ੍ਹ ਕੇ ਕੁੱਲੂ ਮਨਾਲੀ ਦੇ ਪਹਾੜ ਦੇਖਣ ਲੱਗ ਗਏ ਸੀ ਬਰਫ਼ ਵਾਲੇ। ਸੋ ਇਹ ਬਹੁਤ ਵੱਡੀ ਐਗਜ਼ਾਮਪਲ ਸੀ ਕਿ ਵਾਤਾਵਰਨ ਪਹਿਲਾਂ ਕਿੰਨਾ ਦੂਸ਼ਿਤ ਸੀ, ਬਟ ਮਨੁੱਖ ਨੇ ਮਤਲਬ ਜਦੋਂ ਇਹਨਾਂ ਦੀ ਆਵਾਜਾਈ ਘਟ ਗਈ ਤਾਂ ਹਵਾ ਵਿਚਲਾ ਪ੍ਰਦੂਸ਼ਣ ਘਟਣ ਕਰਕੇ ਅਸੀਂ ਜਲੰਧਰ ਤੋਂ ਖੜ੍ਹ ਕੇ ਬੇਟਾ ਮਨਾਲੀ ਦੀਆਂ ਪਹਾੜੀਆਂ ਸਾਫ਼ ਦੇਖ ਰਹੇ ਸੀ। ਉੱਥੋਂ ਪਤਾ ਲੱਗਦਾ ਕਿ ਪ੍ਰਦੂਸ਼ਣ ਕਿੰਨਾ ਵਧਿਆ ਹੋਇਆ ਸੀ, ਪਰ ਮਨੁੱਖ ਜਦੋਂ ਘਰਾਂ ਦੇ ਵਿੱਚ ਬੈਠ ਗਿਆ ਤੇ ਪ੍ਰਦੂਸ਼ਣ ਕਿੰਨਾ ਘਟਿਆ, ਤੇ ਉਸ ਚੀਜ਼ ਦੀ ਐਗਜ਼ਾਮਪਲ ਸੀ ਬੇਟਾ। ਆ ਹੁਣ ਤੋਂ ਜਦੋਂ ਤੁਸੀਂ ਆਵਾਜਾਈ ਸ਼ੁਰੂ ਕੀਤੀ ਆ, ਉਹ ਫੇਰ ਸਾਨੂੰ ਉਹ ਅਲੋਪ ਹੋ ਗਈਆਂ ਸਾਰੀਆਂ ਚੀਜ਼ਾਂ। ਸੋ ਬੇਟਾ ਜਿਹੜੀ ਅਸੀਂ ਧੁਨੀ ਦੀ ਗੱਲ ਕਰ ਰਹੇ ਹਾਂ, ਜਿੰਨੀਆਂ ਚੀਜ਼ਾਂ ਨਾਲ ਸ਼ੋਰ ਸ਼ਰਾਬਾ ਹੁੰਦਾ, ਉਹ ਹਰ ਇੱਕ ਚੀਜ਼ ਨੂੰ ਧੁਨੀ ਪ੍ਰਦੂਸ਼ਣ ਦੇ ਤਹਿਤ ਅਸੀਂ ਵੇਖਦੇ ਹਾਂ। ਅੱਗੇ ਬੇਟਾ ਹੈਗੇ ਨੇ ਸੁਝਾਅ ਕਿ ਜਿਹੜੇ ਇਹ 4 ਤਰ੍ਹਾਂ ਦੇ ਪ੍ਰਦੂਸ਼ਣ ਨੇ ਧਰਤੀ ਨੂੰ ਪਰੇਸ਼ਾਨ ਕੀਤਾ ਹੋਇਆ, ਅਸੀਂ ਇਹਨਾਂ ਨੂੰ ਕਿੱਦਾਂ ਘਟਾ ਸਕਦੇ ਹਾਂ। ਪਹਿਲਾ ਸੁਝਾਅ ਹੈ ਆਬਾਦੀ 'ਤੇ ਕੰਟਰੋਲ ਕਰਨਾ। ਸੋ ਬੇਟਾ ਜੇ ਅਸੀਂ ਧੁਨੀ ਦੀ ਗੱਲ ਕਰਦੇ ਹਾਂ, ਪਾਣੀ ਦੀ ਗੱਲ ਕਰਦੇ ਹਾਂ, ਧਰਤੀ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ, ਇਸ ਤਰ੍ਹਾਂ ਦਾ ਪ੍ਰਦੂਸ਼ਣ ਫੈਲਾ ਕੌਣ ਰਿਹਾ? ਉਹ ਹੈਗਾ ਮਨੁੱਖ। ਸੋ ਸਭ ਤੋਂ ਪਹਿਲਾ ਸੁਝਾਅ ਹੈ ਕਿ ਆਬਾਦੀ 'ਤੇ ਕੰਟਰੋਲ ਕਰਨਾ। ਅਤੇ ਦੂਸਰੀ ਗੱਲ ਆ ਕਿ ਜਿਹੜੇ ਤੁਹਾਨੂੰ ਕਹਿ ਰਹੇ ਕਿ ਵਾਤਾਵਰਨ ਨੂੰ ਸ਼ੁੱਧ ਕਰਦੇ ਨੇ, ਸਾਫ਼ ਕਰਦੇ ਨੇ, ਉਹ ਹੈਗੇ ਨੇ ਰੁੱਖ, ਕਿ ਵੱਧ ਤੋਂ ਵੱਧ ਸਾਨੂੰ ਰੁੱਖ ਲਗਾਉਣੇ ਚਾਹੀਦੇ ਨੇ। ਅੱਗੇ ਹੈਗਾ ਬੇਟਾ ਪੋਲੀਥੀਨ ਦੀ ਵਰਤੋਂ ਬੰਦ ਕਰਨੀ। ਜਿਹੜੇ ਪਲਾਸਟਿਕ ਦੇ ਲਿਫਾਫੇ ਬੇਟਾ ਅਸੀਂ ਖਾ ਕੇ ਹਰ ਰੋਜ਼ ਉਹਨਾਂ ਨੂੰ ਮਤਲਬ ਉਹਦੇ 'ਚ ਸਮਾਨ ਲਪੇਟ ਕੇ ਰੂੜੀ 'ਤੇ ਬਾਹਰ ਡਸਟਬਿਨ 'ਚ ਸੁੱਟ ਦਿੰਦੇ ਹਾਂ ਬੇਟਾ, ਉਹਨਾਂ ਨਾਲ ਜਿਹੜੀ ਧਰਤੀ ਪ੍ਰਦੂਸ਼ਿਤ ਹੋ ਰਹੀ ਆ। ਵੀ ਸਾਨੂੰ ਪੋਲੀਥੀਨ ਦੀ ਜਿਹੜੀ ਵਰਤੋਂ ਉਹ ਨਾ ਮਾਤਰ ਕਰਨੀ ਚਾਹੀਦੀ ਆ। ਅੱਗੇ ਹੈਗਾ ਬੇਟਾ ਡੰਗਰਾਂ ਦੇ ਮਲ ਮੂਤਰ, ਕੂੜਾ ਕਰਕਟ, ਫਾਲਤੂ ਉਦਯੋਗਿਕ ਪਦਾਰਥਾਂ ਨੂੰ ਠੀਕ ਤਰ੍ਹਾਂ ਨਾਲ ਸੰਭਾਲਣਾ। ਜਿਵੇਂ ਡੰਗਰਾਂ ਦਾ ਬੇਟਾ ਗੋਹਾ ਅਸੀਂ ਉਹਨੂੰ ਕੀ ਕਰਦੇ ਹਾਂ, ਰੂੜੀ 'ਤੇ ਸੁੱਟ ਦਿੰਦੇ ਹਾਂ, ਖੁੱਲ੍ਹੇ 'ਚ ਸੁੱਟ ਦਿੰਦੇ ਹਾਂ। ਕਿਉਂ ਨਾ ਉਹਦਾ ਢੇਰ ਲਗਾ ਕੇ ਉਹ ਤੋਂ ਗੋਬਰ ਗੈਸ ਤਿਆਰ ਕਰ ਲਓ, ਕਿਉਂ ਨਾ ਉਹਨੂੰ ਘਰ ਦੇ ਵਿੱਚ ਕਟੋਆ ਪੁੱਟ ਕੇ ਉੱਥੋਂ ਤੁਸੀਂ ਗੋਬਰ ਖਾਦ ਤਿਆਰ ਕਰ ਲਓ। ਸੋ ਬੇਟਾ ਇਸ ਤਰ੍ਹਾਂ ਜਿਹੜੀ ਰਹਿੰਦ ਖੂੰਹਦ ਆ ਸਾਡੇ ਕੋਲੇ ਵੇਸਟੇਜ ਮਟੀਰੀਅਲ ਨੂੰ ਕਿਤੇ ਨਾ ਕਿਤੇ ਰੀਸਾਈਕਲ ਉਹਨੂੰ ਪੀਰੀਅਡ ਦੇ ਵਿੱਚ ਪਾ ਕੇ ਉਹਨੂੰ ਮੁੜ ਤੋਂ ਉਹਦੀ ਵਰਤੋਂ ਕਰ ਲੈਣੀ ਚਾਹੀਦੀ ਆ। ਅੱਗੇ ਹੈਗਾ ਬੇਟਾ ਜ਼ਹਿਰੀਲੀਆਂ ਗੈਸਾਂ ਪੈਦਾ ਕਰਨ ਵਾਲੇ ਕਾਰਖਾਨਿਆਂ ਨੂੰ ਬੰਦ ਕਰ ਦੇਣਾ ਚਾਹੀਦਾ। ਜਿਹੜੇ ਜ਼ਹਿਰੀਲੀਆਂ ਗੈਸਾਂ ਪੈਦਾ ਕਰਦੇ ਨੇ ਕਾਰਖਾਨੇ, ਉਹਨਾਂ 'ਤੇ ਰੋਕ ਲਾਉਣੀ ਚਾਹੀਦੀ ਹੈ ਗੌਰਮੈਂਟ ਨੂੰ। ਅੱਗੇ ਪ੍ਰਸ਼ਨ 6 ਨੰਬਰ ਪੁਆਇੰਟ ਹੈਗਾ ਬੇਟਾ ਪ੍ਰਦੂਸ਼ਣ ਸੰਬੰਧੀ ਪਾਸ ਕੀਤੇ ਗਏ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ। ਵਾਤਾਵਰਨ ਦੀ ਰੱਖਿਆ ਲਈ ਜਿਹੜੇ ਕਾਇਦੇ ਕਾਨੂੰਨ ਨਿਯਮ ਸਰਕਾਰ ਨੇ ਬਣਾਏ ਨੇ, ਉਹਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ। ਸੋ ਬੇਟਾ ਇੱਧਰਲੇ ਪਾਸੇ ਅਸੀਂ ਧਰਤੀ ਦੇਖੀ ਆ, ਧਰਤੀ ਦੇ ਉੱਪਰ ਉੱਚੀਆਂ ਬਿਲਡਿੰਗਾਂ ਦਿਖਾਈਆਂ ਗਈਆਂ ਨੇ, ਵਿਸਫੋਟ ਦਿਖਾਇਆ ਗਿਆ, ਧੂੰਆਂ ਦਿਖਾਇਆ ਗਿਆ। ਇੱਕ ਪਾਸੇ ਧਰਤੀ ਹਰੀ ਭਰੀ ਸੀ, ਪਰ ਇਹ ਆਬਾਦੀ ਨੇ ਬੇਟਾ ਹਰੇ ਭਰਨ ਨੂੰ
ਜਿਹੜਾ ਸਾਡੀ ਹਰਿਆਲੀ ਸੀ ਉਹਨੂੰ ਖਤਮ ਕਰਕੇ ਲਗਭਗ ਬਿਲਡਿੰਗਾਂ ਉਸਾਰ ਦਿੱਤੀਆਂ ਨੇ ਤੇ ਧਰਤੀ ਨੂੰ ਇੱਕ ਸੁੱਕੇ ਰੂਪ ਦੇ ਵਿੱਚ, ਅੱਧੀ ਧਰਤੀ ਨੂੰ ਹਰਿਆਲੀ ਦੇ ਵਿੱਚ, ਅੱਧੀ ਨੂੰ ਸੋਕੇ ਦੇ ਰੂਪ 'ਚ ਦਿਖਾਇਆ ਗਿਆ ਕਿ ਦਿਨ ਪ੍ਰਤੀ ਦਿਨ ਵੱਧਦੀ ਆਬਾਦੀ ਧਰਤੀ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੀ ਆ। ਜੇਕਰ ਅਸੀਂ ਇਹਨਾਂ ਚਾਰੇ ਪ੍ਰਦੂਸ਼ਣ ਨੂੰ ਨਾ ਰੋਕਿਆ ਤਾਂ ਇੱਕ ਦਿਨ ਧਰਤੀ ਦਾ ਜਿਹੜਾ ਵਜੂਦ ਆ ਉਹ ਖਤਰੇ ਵਿੱਚ ਪੈ ਜਾਵੇਗਾ। ਜੇਕਰ ਧਰਤੀ ਦਾ ਵਜੂਦ ਬੇਟਾ ਖਤਰੇ ਵਿੱਚ ਪੈ ਜਾਵੇਗਾ ਤਾਂ ਮਨੁੱਖ ਦਾ ਵਜੂਦ ਵੀ ਇੱਥੇ ਸੁਖਾਵਾਂ ਨਹੀਂ ਰਹੇਗਾ, ਮਨੁੱਖ ਵੀ ਖਤਰੇ 'ਚ ਪੈ ਜਾਏਗਾ। ਸੋ ਅੱਗੇ ਅਸੀਂ ਦੇਖਦੇ ਹਾਂ ਕਿ ਪ੍ਰਦੂਸ਼ਣ ਵਰਗੀ ਸਮੱਸਿਆ ਵੱਲ ਸਮੇਂ ਸਿਰ ਉਚੇਚਾ ਧਿਆਨ ਨਾ ਦਿੱਤਾ ਗਿਆ ਤਾਂ ਉਸ ਦੇ ਬਹੁਤ ਭਿਆਨਕ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ। ਇਹ ਬੇਟਾ ਹੈਗਾ ਇਸ ਲੇਖ ਦਾ ਸਾਰਾਂਸ਼। ਸੋ ਉਮੀਦ ਕਰਦੇ ਹਾਂ ਕਿ ਇਹ ਪ੍ਰਦੂਸ਼ਣ ਲੇਖ ਬਾਰੇ ਜੋ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ, ਵੈਸੇ ਲੇਖ ਬਹੁਤ ਛੋਟਾ ਲਿਖਿਆ ਗਿਆ। ਮੇਰੇ ਵੱਲੋਂ ਬੇਟਾ ਜੋ ਵੀ ਚੀਜ਼ਾਂ ਐਕਸਪਲੇਨ ਕੀਤੀਆਂ ਗਈਆਂ ਨੇ ਜਾਂ ਪ੍ਰਦੂਸ਼ਣ ਦੇ ਸੰਬੰਧ ਵਿੱਚ ਤੁਹਾਡੇ ਕੋਲੇ ਕੋਈ ਆਪਦੀ ਨਿੱਜੀ ਜਾਣਕਾਰੀ ਆ, ਉਸ ਜਾਣਕਾਰੀ ਨੂੰ ਬੇਟਾ ਤੁਸੀਂ ਇਹ ਹੈਡਿੰਗਾਂ ਦੇ ਤਹਿਤ ਵੱਖ-ਵੱਖ 4 ਤਰ੍ਹਾਂ ਦੇ ਜਿਹੜੇ ਪ੍ਰਦੂਸ਼ਣ ਦੀਆਂ ਟਾਈਪਸ ਨੇ ਉਹਨਾਂ ਦੇ ਵਿੱਚ ਐਡ ਕਰਕੇ ਲਿਖ ਸਕਦੇ ਹੋ। ਸੋ ਇਸ ਤਰ੍ਹਾਂ ਤੁਸੀਂ ਇੱਕ ਜਿਹੜਾ ਵਧੀਆ ਲੇਖ ਪ੍ਰਦੂਸ਼ਣ ਦੀ ਸਮੱਸਿਆ ਦੇ ਉੱਪਰ ਲਿਖ ਸਕਦੇ ਹੋ। ਸੋ ਉਮੀਦ ਕਰਦੇ ਹਾਂ ਕਿ ਇਹ ਲੇਖ ਤੁਹਾਨੂੰ ਭਵਿੱਖ ਵਿੱਚ ਕਿਤੇ ਨਾ ਕਿਤੇ ਤੁਹਾਡਾ ਮਾਰਗਦਰਸ਼ਨ ਕਰੇਗਾ ਅਤੇ ਤੁਹਾਡੇ ਕਿਤੇ ਨਾ ਕਿਤੇ ਜ਼ਰੂਰ ਕੰਮ ਆਵੇਗਾ। ਸੋ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।